ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮਹਿਮਾਂ ਹੀ ਪੈਂਦੀਆਂ ਨੇ ਬਿਲਕੁਲ ਪਹਾੜ ਮੁਸੀਬਤਾਂ ਦੇ ਆਈਆਂ ਸਾਡੀਆਂ ਪੀੜੀਆਂ ਸਹਿੰਦੀਆਂ ਨੇ ਆਏ ਅਸੀਂ ਜੂਝਦੇ ਜ਼ੁਲਮ ਨਾਲ ਸਦਾ ਆਏ ਤਾਈਓ ਗਰਮ ਤਬੀਅਤਾਂ ਰਹਿੰਦੀਆਂ ਨੇ ਸਾਨੂੰ ਚੜੀਆਂ ਸ਼ਹਾਦਤ ਖੁਮਾਰੀਆਂ ਜੋ ਚੜ ਕੇ ਸੂਲੀ ਤੇ ਵੀ ਨਾ ਲੈਂਦੀਆਂ ਨੇ ਚੜ ਕੇ ਸੂਲੀ ਤੇ ਵੀ ਨਾ ਲੈਂਦੀਆਂ ਨੇ ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋਦਿਓ ਚੋਜੀਆ ਭੁੱਲ ਦੇ ਨਾ ਤੇਰੇ ਪ੍ਰੇਮ ਦੇ ਪਾਏ ਜੋ ਪੇਚ ਪੀਚੇ ਨੌਹਾਂ ਸਮੇਂ ਦਿਆਂ ਨਾਲ ਵੀ ਖੁੱਲ ਦੇ ਨਾ ਸਾਰੇ ਜੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁਲ ਦੇ ਨਾ ਸ਼ਤਰ ਤਾਰੀਆਂ ਦੇ ਸਿਰ ਤੇ ਸ਼ਤਰ ਜਿਹੜੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਾ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਾ ਤੂੰ ਪੜ ਵੇਖੀ ਇਤਿਹਾਸ ਜਰਾ ਲਹੂ ਲਿਬੜੇ ਵਰਕੇ ਖਾਸ ਜਰਾ ਤਰ ਦਿਲ ਅੰਦਰ ਐਸਾ ਜਰਾ ਕਿੰਜ ਮੋੜੇ ਵੈਣ ਤੂਫਾਨਾਂ ਦੇ ਹੱਸ ਧਰਮ ਤੋਂ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ ਜਵਾਨਾਂ ਦੇ ਜਦ ਇਸ਼ਕ ਪਰਦੇ ਪੈਂਦੇ ਰੇ ਸਿੰਘ ਹੱਸ ਕੇ ਦੁਖੜੇ ਸਹਿੰਦੇ ਰੇ ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜ਼ਬਾ ਇਸ਼ਕ ਮਰੀਦਾਂ ਦਾ ਕਵੀਆਂ ਤੇ ਆਸਣ ਲਾ ਕੇ ਤੇ ਗੁਰੂ ਬਣ ਗਏ ਮੋਟ ਸ਼ਹੀਦਾਂ ਦਾ ਪੜ ਵੇਖੀ ਇਤਿਹਾਸ ਜਰਾ ਲਹੂ ਲਿਬੜੇ ਵਰਕੇ ਖਾਸ ਜਰਾ ਕਰ ਦਿਲ ਅੰਦਰ ਐਸਾ ਜਰਾ ਕਿੰਜ ਮੋੜੇ ਵੈਣ ਤੂਫਾਨਾਂ ਦੇ ਹੱਸ ਧਰਮ ਤੋਂ ਜੋ ਕੁਰਬਾਨ ਹੋਏ ਤਨ ਜਿਗਰੇ ਮਰਦ ਜਵਾਨਾਂ ਦੇ ਜਦ ਇਸ਼ਕ ਦੇ ਪਰਦੇ ਪੈਂਦੇ ਰੇ ਸਿੰਘ ਹੱਸ ਕੇ ਦੁਖੜੇ ਸਹਿੰਦੇ ਰੇ ਪਾਣੇ ਨੂੰ ਮਿੱਠਾ ਕਹਿੰਦੇ ਰੇ ਤਨ ਜਜ਼ਬਾ ਇਸ਼ਕ ਮਰੀਦਾਂ ਦਾ ਤਵੀਆਂ ਤੇ ਆਸਣ ਲਾ
ਬਣ ਗਏ ਮੁੱਢ, ਗੁਰੂ ਬਣ ਗਏ ਮੁੱਢ ਸ਼ਹੀਦਾਂ ਦਾ। ਹਿੰਦੂਆਂ ਦਾ ਧਰਮ ਬਚਾਵਣ ਲਈ, ਰੋਂਦਿਆਂ ਨੂੰ ਗਲ ਨਾਲ ਲਾਵਣ ਲਈ, ਤੇ ਜੀਵਨ ਜਾਂਚ ਸਿਖਾਵਣ ਲਈ ਖੁਦ ਸੀਸ ਧਰਮ ਤੋਂ ਵਾਰ ਦਿੱਤਾ। ਹਿੰਦ ਦੇਸ਼ ਦੇ ਡੁੱਬਦੇ ਬੇੜੇ ਨੂੰ ਕਰ ਭਵ ਸਾਗਰ ਚੋਂ, ਕਰ ਭਵ ਸਾਗਰ ਚੋਂ ਪਾਰ ਦਿੱਤਾ। ਜਦ ਲੱਖਾਂ ਫੌਜਾਂ ਚੜੀਆਂ ਸੀ, ਇੱਕ ਤਾਣ ਮੁਸ਼ਕਲਾਂ ਖੜੀਆਂ ਸੀ, ਤੀਰਾਂ ਦੀਆਂ ਲੱਗੀਆਂ ਝੜੀਆਂ ਸੀ, ਸਿੰਘ ਮਾਰ ਰਹੇ ਲਲਕਾਰੇ ਸੀ। ਤਨਕ ਲਗੀ ਧਰਤ ਸ਼ਮੇਸ਼ ਪਿਤਾ, ਹਸਲਾਲ ਧਰਮ ਤੋਂ, ਹਸਲਾਲ ਧਰਮ ਤੋਂ ਵਾਰੇ ਸੀ। ਫਿਰ ਤੜਪ ਉੱਠੀ ਤਕਦੀਰ ਜਦੋਂ, ਫਿਰ ਤੜਪ ਉੱਠੀ ਤਕਦੀਰ ਜਦੋਂ, ਕਰ ਦਿੱਤੀ ਜ਼ੁਲਮ ਅਖੀਰ ਜਦੋਂ। ਨਹੀਂ ਥਿੜਕੇ ਦੋਵੇਂ ਵੀਰ ਜਦੋਂ, ਲਖ ਦਿੱਤੇ ਕਸ਼ਟ ਚੰਡਾਲਾਂ ਨੇ। ਹਸ ਪੀਤਾ ਜਾਮ ਸ਼ਹਾਦਤ ਦਾ, ਸਤਿਗੁਰ ਦੇ ਨਿੱਕਿਆਂ, ਸਤਿਗੁਰ ਦੇ ਛੋਟਿਆਂ ਲਾਲਾਂ ਨੇ। ਇਸ਼ਕਾ ਕੀ ਬੋਲ ਰਿਹਾ, ਰੂਹ ਕੰਬਦੀ ਸੀਨਾ ਡੋਲ ਰਿਹਾ, ਪਾਪਾਂ ਦਾ ਸਾਗਰ ਖੋ ਰਿਹਾ, ਪਰ ਕੰਡਿਆਂ ਤੀ ਕਰ ਆਇਆ ਏ। ਜਦ ਦਿਲ ਪੁੱਤਰ ਦਾ ਕੱਢ ਕੇ ਤੇ ਬਾਪੂ ਦੇ ਮੂੰਹ ਵਿੱਚ, ਬੰਦੇ ਦੇ ਮੂੰਹ ਵਿੱਚ ਪਾਇਆ ਏ। ਜਦ ਹੜ ਜਾਬਰ ਦਾ ਚੜਿਆ ਸੀ, ਆ ਦੇਸ਼ ਤੇਰੇ ਵਿੱਚ ਵੜਿਆ ਸੀ। ਸਿੰਘ ਬਿਨਾਂ ਸੀਸ ਤੋਂ ਲੜਿਆ ਸੀ, ਜੋ ਆਖੇ ਬੋਲ ਪਗਾਵਣ ਲਈ। ਹੱਸ ਸੀਸ ਤਲੀ ਤੇ ਕਰਕੇ ਤੇ ਸਤਿਗੁਰ ਨੂੰ ਭੇਟ, ਸਤਿਗੁਰ ਨੂੰ ਭੇਟ ਚੜਾਵਣ ਲਈ। ਇਸ਼ਕ ਦੀ ਹੱਦ ਵਿਖਾਉਂਦੇ ਰੇ, ਕਹਿ ਕੇ ਬੰਦ ਕਟਵਾਉਂਦੇ ਰੇ, ਚੜ ਚੜ ਖੜੀ ਨਗਮੇ ਗਾਉਂਦੇ ਰੇ। ਨਹੀਂ ਰੱਖਿਆ ਡਰ ਸਰਕਾਰਾਂ ਦਾ, ਨਾ ਰੁਕਿਆ ਏ ਨਾ ਝੁਕਿਆ ਏ, ਦਲ ਅਣਖੀ ਸ਼ਾਹ, ਦਲ ਅਣਖੀ ਸ਼ਾਹ ਸਵਾਰਾਂ ਦਾ। ਜ਼ੁਲਮਾਂ ਦੀ ਭੱਠੀ ਝੋਕੇ ਤੇ ਬੜ ਲਾਲ ਮਾਵਾਂ ਤੋਂ ਖੋਕੇ ਤੇ, ਨੇਜਾਂ ਦੇ ਵਿੱਚ ਪਰੋਕੇ ਤੇ ਕਰ ਦਿੱਤੇ ਕਤਲ ਕਸਾਈਆਂ ਨੇ। ਹੱਸ ਧਰਮ ਦੇ ਬਦਲੇ ਪੁੱਤਰਾਂ ਦੇ ਗਲ ਹਾਰ ਪਵਾ ਲਏ, ਗਲ ਹਾਰ ਪਵਾ ਲੈ ਮਾਈਆਂ ਨੇ। ਹੱਸ ਕਸ਼ਟ ਸਿਰਾਂ ਤੇ ਜਰ ਜਰ ਕੇ, ਜਜ਼ਬਿਆਂ ਦੇ ਸਾਗਰ ਤਰ ਤਰ ਕੇ, ਇਹ ਮਸਾਂ ਬਚਾਈ ਮਰ ਮਰ ਕੇ, ਜਦ ਜ਼ੋਰ ਪਿਆ ਜਰਮਾਨੇ ਦਾ। ਕਿੰਜ ਜਾਨ ਸਿਦਕ ਤੋਂ ਵਾਰੀ ਦੀ, ਉਹ ਦੱਸਦਾ ਜੰਡ, ਉਹ ਦੱਸਦਾ ਜੰਡ ਨਨਕਾਣੇ ਦਾ। ਚਾਹੇ ਕਾਬਲ ਅਤੇ ਕੰਧਾਰ ਹੋਵੇ, ਚਾਹੇ ਕਾਬਲ ਅਤੇ ਕੰਧਾਰ ਹੋਵੇ, ਭਾਵੇਂ ਗੋਰਿਆਂ ਦੀ ਸਰਕਾਰ ਹੋਵੇ, ਜਾਂ ਦਿੱਲੀ ਦਾ ਦਰਬਾਰ ਹੋਵੇ, ਸਭ ਸ਼ਾਨ ਤੇਰੀ ਤੋਂ ਸੜਦੇ ਰਹੇ। ਤੇਰੀ ਅਜ਼ਮਤ ਨੂੰ ਹੱਥ ਪਾਉਣ ਲਈ ਨਿਤ ਨਵੀਂ ਥਿਊਰੀ, ਨਿਤ ਨਵੀਂ ਪਾਲਸੀ ਕੱਢਦੇ ਰਹੇ। ਤੇਰੇ ਜਨਮ ਖੰਡੇ ਦੀ ਧਾਰ ਵਿੱਚੋਂ, ਤੂੰ ਵੱਖਰਾ ਏ ਸੰਸਾਰ ਵਿੱਚੋਂ। ਭਾਗੋ ਵਾਲੀ ਲਹੂ ਦੀ ਧਾਰ ਵਿੱਚੋਂ, ਤੱਕ ਹਰਕਤ ਨਵੇਂ ਹਾਲਾਤਾਂ ਦੀ। ਜੋ ਰਾਗ ਅਣਖ ਦਾ ਸ਼ੇਰ ਦਵੇ, ਕੋਈ ਲਿਖ ਕਵਿਤਾ, ਕੋਈ ਲਿਖ ਕਵਿਤਾ ਜਜ਼ਬਾਤਾਂ ਦੀ। ਮਹਾਨ ਤਪਸਵੀ, ਪੂਰਨ ਬ੍ਰਹਮ ਗਿਆਨੀ ਤੇ ਪੁੱਤਰਾਂ ਦੇ ਦਾਨੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਸਾਲਾਨਾ ਜੋੜ ਮੇਲੇ ਦੌਰਾਨ ਜ਼ਿੰਦਗੀ ਦੀ ਮਸ਼ਰੂਫੀਅਤ ਚੋਂ ਸਮਾਂ ਕੱਢ ਕੇ, ਮੌਸਮ ਦੀ ਪਰਵਾਹ ਨਾ ਕਰਦਿਆਂ ਹੋਇਆਂ, ਸਤਿਗੁਰਾਂ ਦੀ ਤਲਬ ਹਿਰਦੇ ਵਿੱਚ ਪਾਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਸਤਿਕਾਰਯੋਗ ਖਾਲਸਾ ਜੀ, ਕਿੰਨਾ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕੀਤਾ ਜਾਏ। ਸ਼ਬਦਾਂ ਦਾ ਕੋਈ ਵੀ ਮਾਪਦੰਡ ਤੁਹਾਡੀ ਸ਼ਰਧਾ ਤੇ ਭਾਵਨਾ ਦੇ ਬਰਾਬਰ ਨਹੀਂ ਖੜਦਾ।
ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ, ਸਤਿਗੁਰੂ ਜੀ ਕਦਮ ਕਦਮ ਤੁਹਾਡਾ ਲੇਖੇ ਵਿੱਚ ਲਾਉਣ। ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ਣ। ਸਮਾਂ ਇੰਨਾ ਨਹੀਂ ਕੁਝ ਵਿਸਥਾਰ ਵਿੱਚ ਕਿਹਾ ਜਾ ਸਕੇ। ਫਤਿਹ ਬੁਲਾਓ, ਦੋ ਕੁ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਕਰੋ ਕਿਰਪਾ, ਕਿਰਪਾ ਦੇ ਘਰ ਵਿੱਚ ਆਓ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਗਿਆਨੀ ਕੇਵਲ ਸਿੰਘ ਜੀ ਆਪ ਜੀ ਨੂੰ ਸੰਬੋਧਨ ਹੋ ਰਹੇ ਸਨ। ਦੋ ਕਵਿਤਾਵਾਂ ਆਪਣੇ ਸਮੇਂ 'ਚ ਅਸੀਂ ਕਹਿਣੀਆਂ, ਉਹਨਾਂ ਵਿੱਚੋਂ ਇੱਕ ਮੋਦੀ ਨਾਲ ਹੀ ਸੰਬੰਧਿਤ ਹੈ, ਕਿਉਂਕਿ ਉਹਨਾਂ ਨੂੰ ਫਿਰ ਸਿਫਾਰਿਸ਼ ਪੂਰੀ ਕਰਨੀ ਪਈ। ਇਤਿਹਾਸ ਬੜੇ ਲੰਬੇਰੇ ਹੁੰਦੇ। ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੇ ਦੁਆਲੇ ਸਿੱਖ ਇਤਿਹਾਸ ਇੱਕ ਸਦੀ ਤੋਂ ਵੱਧ ਘੁੰਮਦਾ ਹੈ ਔਰ ਬਹੁਤ ਵੱਡੇ ਪਹਿਲੂ, ਬਹੁਤ ਵੱਡੇ ਸਤਿਕਾਰ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ੇ। ਜਿੰਨੇ ਵੀ ਵੱਡੇ ਤੀਰਥ ਆਰੰਭ ਹੋਏ, ਚਾਹੇ ਉਹ ਬੌਲੀ ਸਾਹਿਬ ਦਾ ਹੋਵੇ, ਚਾਹੇ ਦਰਬਾਰ ਸਾਹਿਬ ਦਾ ਅੰਮ੍ਰਿਤ ਸਰੋਵਰ ਦਾ ਨਿਰਮਾਣ, ਉਹਦੀ ਆਰੰਭ ਕਰਨ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਦੀ ਰਹੇ। ਔਰ ਇਤਿਹਾਸ ਕਹਿੰਦਾ ਹੈ ਬਾਬਾ ਦਾਤੂ ਜੀ ਨਾਰਾਜ਼ ਹੋ ਗਏ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਪੁੱਤਰ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗਰਿਆਈ ਕਿਉਂ ਮਿਲ ਗਈ। ਜਿਹੜੇ ਚੁੱਕਣਾ ਦੇਣ ਵਾਲੇ ਸੀ ਉਹਨਾਂ ਆਖਿਆ ਦਾਤੂ ਕਾਹੇ ਜੋਗਾ ਹੋ, ਅਸੀਂ ਤੇਰੇ ਨਾਲ ਹਾਂ ਔਰ ਤੂੰ ਗਰਿਆਈ ਦਾ ਹੱਕਦਾਰ ਬਣ ਸਕਦਾ ਹੈ। ਗੋਂਦਵਾਲ ਦੀ ਧਰਤੀ ਉੱਤੇ ਲੱਗੇ ਹੋਏ ਦੀਵਾਨ ਵਿੱਚ ਦਾਤੂ ਗੁੱਸੇ ਵਿੱਚ ਆਇਆ। ਉਸ ਵੇਲੇ ਹਜੂਰ ਦੀ ਉਮਰ 77 ਸਾਲ ਦੀ ਸੀ, ਦਾਤੂ ਦੀ ਉਮਰ 20 ਸਾਲ ਦੀ ਸੀ। ਜਵਾਨੀ ਬਜ਼ੁਰਗੀ ਨਾਲ ਟਕਰਾਈ। ਯਾਦ ਰੱਖੋ, ਜਦੋਂ ਬੰਦੇ ਦੇ ਦਿਲ ਦਿਮਾਗ ਵਿੱਚ ਗੁੱਸਾ ਹੋਵੇ, ਅਕਲ ਤੇ ਸਿਆਣਪ ਲਾਂਭੇ ਹੋ ਜਾਂਦੇ ਹੈ ਔਰ ਗੁੱਸੇਖੋਰ ਮਨੁੱਖ ਫੈਸਲਾ ਕਰਨ ਲੱਗਾ ਸੋਚਦਾ ਨਹੀਂ ਵੀ ਕੀ ਹੋ ਗਿਆ। ਸਤਿਗੁਰਾਂ ਦੇ ਲੱਤ ਮਾਰੀ ਤੇ ਬਚਨ ਕਹੇ ਤੂੰ ਤੇ ਸਾਡਾ ਸੇਵਾਦਾਰ ਹੈ, ਤੇ ਗੁਰੂ ਹੀ ਬਣ ਕੇ ਬਹਿ ਗਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚਰਨ ਫੜ ਲੈ। ਕਹਿਣ ਲੱਗੇ ਦਾਤੂ ਜੀ, ਜੇ ਪੱਥਰ ਦੇ ਨਾਲ ਫੁੱਲ ਵੱਜੇ, ਪੱਥਰ ਦਾ ਨੁਕਸਾਨ ਨਹੀਂ ਹੁੰਦਾ ਤੇ ਫੁੱਲ ਤਬਾਹ ਹੁੰਦਾ ਹੈ। ਤੁਹਾਡੇ ਚਰਨ ਬੜੇ ਕੋਮਲ ਨੇ, ਮੇਰੇ ਬੁੱਢੜੇ ਸਰੀਰ ਦੀਆਂ ਹੱਡੀਆਂ ਪੱਥਰ ਵਰਗੀਆਂ ਨੇ, ਕਿਤੇ ਸੱਟ ਨਾ ਲੱਗੀ ਹੋਵੇ। ਲਿਆਓ ਮੈਂ ਤੁਹਾਡੇ ਚਰਨ ਦਬਾ ਦਿਆਂ, ਤੁਹਾਡੀ ਸੇਵਾ ਕਰਦਿਆਂ। ਦੁਨੀਆ ਵਿੱਚ ਨਿਮਰਤਾ ਦੇ ਪੈਗੰਬਰ ਬੜੇ ਵੇਖੇ ਨੇ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਵਰਗੀ ਨਿਮਰਤਾ ਕਿਤੇ ਨਹੀਂ ਲੱਭਦੀ। ਲੱਤ ਮਾਰਨ ਵਾਲੇ ਨੂੰ, ਭਾਈ ਦਾਤੂ ਨੂੰ ਜਿਵੇਂ ਅੱਗੋਂ ਸਤਿਕਾਰ ਦੇ ਰਹੇ ਨੇ ਤੇ ਕਹਿ ਰਹੇ ਨੇ ਲਿਆਓ ਮੈਂ ਚਰਨ ਦਬਾ ਦਿਆਂ, ਤੁਹਾਡੇ ਚੋਟ ਕੋਈ ਲੱਗੀ ਹੋਣੀ। ਗੁੱਸੇ ਵਿੱਚ ਦਾਤੂ ਲੱਤ ਮਾਰੀ, ਹੱਸ ਕੇ ਬੋਲੇ ਪਰ ਉਪਕਾਰੀ। ਸਦਕੇ ਮੈਂ ਜਾਵਾਂ ਸੋ ਵਾਰੀ, ਮਨ ਨੂੰ ਸੂਰਤ ਮੋਣੀ ਜੀ। ਲਿਆਓ ਮੈਂ ਚਰਨ ਦਬਾ ਦਿਆਂ, ਤੁਹਾਡੇ ਚੋਟ ਕੋਈ ਲੱਗ ਗਈ, ਚੋਟ ਕੋਈ ਲੱਗ ਗਈ ਹੋਣੀ ਜੀ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਭਰਿਆ ਮੇਲਾ ਛੱਡਣਾ ਪੈਣਾ। ਕਾਨੂੰ ਸੰਗ ਕਰੀ ਰੱਖਣਾ, ਕੋ ਚੱਲਣੇ ਬੈਰ ਤੁਸਾਂ ਦੇ ਜੀ। ਕਰਨੇ ਹੱਡ ਬੜੇ ਨੇ ਮੇਰੇ ਨਰਮ ਦੇ ਪੈਰ, ਨਰਮ ਦੇ ਪੈਰ ਤੁਸਾਂ ਦੇ ਜੀ। ਗੁੱਸੇ ਵਿੱਚ ਦਾਤੂ ਲੱਤ ਮਾਰੀ, ਹੱਸ ਕੇ ਬੋਲੇ ਪਰ ਉਪਕਾਰੀ। ਸਦਕੇ ਮੈਂ ਜਾਵਾਂ ਸੋ ਵਾਰੀ, ਮਨ ਨੂੰ ਸੂਰਤ ਮੋਣੀ ਜੀ। ਲਿਆਓ ਮੈਂ ਚਰਨ ਦਬਾ ਦਿਆਂ, ਤੁਹਾਡੇ ਚੋਟ ਕੋਈ ਲੱਗ ਗਈ, ਚੋਟ ਕੋਈ ਲੱਗ ਗਈ ਹੋਣੀ ਜੀ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਭਰਿਆ ਮੇਲਾ ਛੱਡਣਾ ਪੈਣਾ। ਕਾਨੂੰ ਸੰਗ ਕਰੀ ਰੱਖਣਾ, ਕੋ ਚੱਲਣੇ ਬੈਰ ਤੁਸਾਂ ਦੇ ਜੀ। ਕਰਨੇ ਹੱਡ ਬੜੇ ਨੇ ਮੇਰੇ ਨਰਮ ਜੇ ਪੈਰ, ਨਰਮ ਜੇ ਪੈਰ ਤੁਸਾਂ ਦੇ ਜੀ। ਹੋ ਗੁਰਾਂ ਦੇ ਪੁੱਤਰ ਪਿਆਰੇ, ਖੀਵੀ ਮਾਂ ਦੀ ਅੱਖ ਦੇ ਤਾਰੇ। ਤੁਹਾਡੇ ਦਰ ਤੇ ਅਜਬ ਨਜ਼ਾਰੇ, ਸਿਫਤ ਕੀ ਹੋਰ ਕਹਾਣੀ ਜੀ। ਲਿਆਓ ਮੈਂ ਚਰਨ ਦਬਾ ਦਿਆਂ, ਤੁਹਾਡੇ ਚੋਟ ਕੋਈ ਲੱਗ ਗਈ, ਚੋਟ ਕੋਈ ਲੱਗ ਗਈ ਹੋਣੀ ਜੀ। ਮੈਂ ਹਾਂ ਸੇਵਕ ਸੱਚ ਸੁਣਾਵਾ, ਤੁਹਾਡੇ ਦਰ ਤੋਂ ਰਹਿਮਤ ਚਾਵਾ। ਜਿੱਥੇ ਆਖੋ ਡੇ
ਤੁਹਾਡੇ ਚੋਟ ਕੋਈ ਲੱਗ ਗਈ, ਚੋਟ ਕੋਈ ਲੱਗ ਗਈ ਹੋਣੀ ਜੀ। ਓ ਮੈਂ ਤਾਂ ਆਇਆ ਦੂਰੋਂ ਚੱਲ ਕੇ, ਮੈਂ ਤਾਂ ਆਇਆ ਦੂਰੋਂ ਚੱਲ ਕੇ, ਬੈਠਾ ਰਿਹਾ ਬਰੂਆ ਮਲ ਕੇ, ਪਾਣੀ ਢੋਇਆ ਪੱਖਾ ਚੱਲ ਕੇ, ਵਾਂਗਰਾ ਮਹਿਰ ਤੁਸਾਂ ਦੇ ਜੀ, ਕਰੜੇ ਹੱਡ ਬੜੇ ਨੇ ਮੇਰੇ ਨਰਮ ਜੇ ਪੈਰ, ਨਰਮ ਜੇ ਪੈਰ ਤੁਸਾਂ ਦੇ ਜੀ। ਭਰਦੇ ਝੋਲੀ ਦਾਸ ਦੀ ਸਖਣੀ, ਔਖੀ ਲਾਜ ਸਿੱਖੀ ਦੀ ਰਖਣੀ, ਪੈਂਦੀ ਸੇਲ ਲੂਣੀ ਚਟਣੀ, ਸਿਰ ਦੇ ਨਾਲ ਨਿਭਾਉਣੀ ਜੀ। ਲਓ ਮੈਂ ਚਰਨ ਦਬਾ ਦਿਆਂ, ਤੁਹਾਡੇ ਚੋਟ ਕੋਈ ਲੱਗ ਗਈ, ਚੋਟ ਕੋਈ ਲੱਗ ਗਈ ਹੋਣੀ ਜੀ। ਤੁਸੀਂ ਤਾਂ ਸਦਾ ਭੁੱਲਾਂ ਬਖਸ਼ਾਉਂਦੇ, ਡਿੱਗੇ ਟੱਠਿਆਂ ਨੂੰ ਗਲ ਲਾਉਂਦੇ, ਭਾਗੋ ਵਾਲੀਏ ਤਾਈਓ ਗਾਉਂਦੇ, ਬਣ ਕੇ ਸ਼ਾਇਰ ਤੁਸਾਂ ਦੇ ਜੀ, ਕਰੜੇ ਹੱਡ ਬੜੇ ਨੇ ਮੇਰੇ ਨਰਮ ਜੇ ਪੈਰ, ਨਰਮ ਜੇ ਪੈਰ ਤੁਸਾਂ ਦੇ ਜੀ। ਇੱਕ ਵਾਰੀ ਬਈ ਸਾਰੀ ਸੰਗਤ ਗੁਰੂ ਅਮਰਦਾਸ ਜੀ ਦੀ ਨਿਮਰਤਾ ਭਰਪੂਰ ਕਮਾਈ ਦਾ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਸ਼ਮਣ ਨੂੰ ਪਿਆਰ ਨਾਲ ਜਿੱਤਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਤੁਸੀਂ ਬੈਠੋ ਇੱਥੇ, ਅਸੀਂ ਮੰਚ ਤੋਂ ਲਾਂਭੇ ਹੋ ਜਾਂਦੇ, ਕਿਉਂਕਿ ਗੁਰੂ ਘਰ ਵਿੱਚ ਵਿਵਾਦ ਨਹੀਂ ਚੰਗਾ ਲੱਗਦਾ। ਭਾਈ ਦਾਤੂ ਗੱਦੀ ਲਾ ਕੇ ਬਹਿ ਗਿਆ ਤੇ ਗੁਰੂ ਅਮਰਦਾਸ ਜੀ ਲਾਂਭੇ ਹੋ ਗਏ। ਗੁਰੂ ਵਿਅਕਤੀ ਨਹੀਂ ਹੁੰਦਾ, ਗੁਰੂ ਸ਼ਕਤੀ ਹੁੰਦਾ ਹੈ, ਪਰਮੇਸ਼ਰ ਦਾ ਸਰਗੁਣ ਸਰੂਪ ਹੁੰਦਾ ਹੈ। ਦਾਤੂ ਗੱਦੀ ਲਾ ਕੇ ਬਹਿੰਦਾ ਹੈ ਤੇ ਸੰਗਤ ਮੱਥਾ ਨਹੀਂ ਟੇਕਦੀ। 8 ਦਿਨ ਲੰਘ ਜਾਂਦੇ ਨੇ, ਆਪਣੇ ਚੇਲਿਆਂ ਨੂੰ ਕਹਿੰਦਾ ਤੁਸੀਂ ਤੇ ਕਹਿੰਦੇ ਸੀ ਉੱਥੇ ਮਾਇਆ ਬੜੀ ਆਉਂਦੀ ਹੈ, ਤੇ 8 ਦਿਨ ਹੋ ਗਏ ਉਹੀ ਪੈਸੇ ਪਏ ਨੇ, ਗੱਲ ਕੀ ਬਣੀ? ਉਹ ਕਹਿੰਦੇ ਭਰਾਵਾ ਸੰਗਤ ਸਚੇਤ ਬੜੀ ਹੈ, ਉਹਨਾਂ ਨੂੰ ਪਤਾ ਵੀ ਤੇਰੇ ਵਿੱਚ ਗੁਰੂ ਵਾਲੇ ਗੁਣ ਨਹੀਂ, ਉਦਾਂ ਗੁਰੂ ਪੁੱਤ ਤੂੰ ਹੈਗਾ ਪਰ ਤੇਰੇ 'ਚ ਗੁਰੂ ਵਾਲੇ ਗੁਣ ਨਹੀਂ। ਆ ਜਿਹੜੇ ਗਾੜੀ ਪੈਸੇ ਪਏ ਨੇ ਇਹ ਵੀ ਅਸਾਂ ਹੀ ਰੱਖੇ ਨੇ, ਤੇ ਉਹਦੇ ਨਾਲ ਹੀ ਤੇਰਾ ਧਰਵਾਸਾ ਵੱਜਾ ਹੋਇਆ, ਸੰਗਤ ਤੈਨੂੰ ਗੁਰੂ ਮੰਨ ਕੇ ਰਾਜੀ ਨਹੀਂ ਹੈ। ਉਹ ਜਿਹੜੇ ਥੋੜੇ ਜੇ ਹੈਗੇ ਸੀ ਉਹ ਚੁੱਕ ਕੇ ਲੈ ਗਿਆ। ਸੰਗਤ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ, ਬਾਬਾ ਜੀ ਪਾਣੀ ਤੋਂ ਬਿਨਾ ਮੱਛੀ ਬਚ ਸਕਦੀ ਹੈ, ਪਰ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਸਿੱਖ ਨਹੀਂ ਬਚਦਾ। ਆਖੋ ਸਤਨਾਮ। ਕਿਉਂਕਿ ਗੁਰੂ ਦੇ ਵਿੱਚ ਦੀਦਾਰ ਵਿੱਚ ਸਿੱਖ ਦੀ ਜ਼ਿੰਦਗੀ ਹੈ। ਸਾਨੂੰ ਗੁਰੂ ਦੇ ਦੀਦਾਰ ਕਰਾਓ। ਤੇ ਬਾਬਾ ਜੀ ਦਾ ਤਜਰਬਾ ਆਗੇ ਫਿਰ ਬਾਸਰ ਗਏ ਤੇ ਗੁਰੂ ਨੇ ਲਿਖ ਕੇ ਕੀ ਲਾਇਆ ਸੀ, ਜਿਹੜਾ ਸਾਡਾ ਬੂਹਾ ਖੋਲੇਗਾ ਉਹ ਸਾਡੇ ਗੁੱਸੇ ਦਾ ਸ਼ਿਕਾਰ ਹੋਵੇਗਾ। ਹੁਣ ਗੁੱਸੇ ਦਾ ਸ਼ਿਕਾਰ ਵੀ ਨਹੀਂ ਹੋਣਾ। ਬਾਬਾ ਬੁੱਢਾ ਸਾਹਿਬ ਜੀ ਕੋਲੋਂ ਜੁਗਤ ਪੁੱਛਿਆ ਕਰੋ ਵੀ ਸਿੱਖੀ ਕਮਾਈ ਦੀ ਕਿਵੇਂ ਹੈ। ਜਦੋਂ ਇੱਥੇ ਆਉਂਦੇ ਹੋ ਵੀ ਗੁਰੂ ਨੂੰ ਕਿਵੇਂ ਰਝਾਈਦਾ ਹੈ। ਔਰ ਸੱਚੇ ਪਾਤਸ਼ਾਹ ਮਹਾਰਾਜ ਕੋਲ ਕੰਧ ਪਾੜ ਕੇ ਚਲੇ ਗਏ। ਗੁਰੂ ਅਮਰਦਾਸ ਜੀ ਕਹਿੰਦੇ ਸਾਡਾ ਹੁਕਮ, ਬਾਬਾ ਜੀ ਕਹਿੰਦੇ ਉਦਾਂ ਹੀ ਲਿਖਿਆ ਹੋਇਆ ਹੈ, ਅਸੀਂ ਇਧਰੋਂ ਦੀ ਰਸਤਾ ਬਣਾਇਆ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ ਤੁਹਾਡੇ ਵਰਗਾ ਗੁਰਸਿੱਖ ਵੀ ਕਦੇ ਕਦੇ ਪੈਦਾ ਹੁੰਦਾ ਜਿਹੜਾ ਗੁਰੂ ਨਾਨਕ ਦੀ ਸਿੱਖੀ ਨੂੰ ਸਮਝ ਲੈ। ਔਰ ਇਹ ਜਿਹੜੀ ਯਾਦਗਾਰ ਹੈ ਇਹ ਬੜੀ ਵੱਡੀ ਯਾਦਗਾਰ ਹੈ। ਬਾਬਾ ਜੀ ਕਹਿੰਦੇ ਕਿਵੇਂ? ਕਹਿੰਦੇ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਤੇ ਧਰਮਾਂ ਦੀ ਡੈਫੀਨੇਸ਼ਨ ਇਹ ਸੋਚਦੀ ਰਹੀ ਹੈ ਕਿ 84 ਤੋਂ ਕਿਵੇਂ ਬਚਿਆ ਜਾਏ। ਕਿਉਂਕਿ ਬੰਦਾ ਜਦੋਂ ਦੂਜਾ ਜੂਨਾਂ ਨੂੰ ਵੇਂਦਾ ਹੈ, ਕਿਸੇ ਨੂੰ ਮਿੱਟੀ ਵਿੱਚ ਰੀਂਗ ਦਿਆਂ, ਕਿਸੇ ਨੂੰ ਨਾਲੀ ਦੇ ਕੀੜੇ ਨੂੰ ਨਾਲੀ ਵਿੱਚ, ਕਿਸੇ ਨੂੰ ਕਿਸੇ ਤਰ੍ਹਾਂ, ਤੇ ਬੰਦੇ ਦੇ ਮਨ ਵਿੱਚ ਆਉਂਦੀ ਰੱਬਾ ਕਿਤੇ ਹਜੂਨ ਚ ਨਾ ਪਾ ਦੇ। ਮਹਾਰਾਜ 84 ਬਾਬਾ ਜੀ 84 ਤੋਂ ਬਚਣ ਦਾ ਉਪਾਅ ਲੱਭਦੀ ਰਹੀ ਹੈ। ਜਾਓ ਗੁਰੂ ਨਾਨਕ ਦੀ ਕਿਰਪਾ ਨਾਲ ਅਸੀਂ ਬਖਸ਼ਿਸ਼ ਕਰਦੇ ਹਾਂ, ਜਿੱਥੋਂ ਦੀ ਤੁਸੀਂ ਲੰਘੇ ਜੇ ਬਾਬਾ ਜੀ ਇੱਥੋਂ ਦੀ ਜਿਹੜਾ ਲੰਘ ਜੂ ਉਹਦੀ 84 ਕੱਟੀ ਜਾਏਗੀ। ਆਖੋ ਸਤਨਾਮ। ਸਥਾਨ ਭਰ ਦਿੱਤੇ। ਹੋਰ ਬਾਬਾ ਜੀ ਕੀ ਚਾਹੁੰਦੇ ਹੋ? ਬਾਬਾ ਬੁੱਢਾ ਸਾਹਿਬ ਕਹਿੰਦੇ ਆਓ ਗੋਂਦਵਾਲ ਚੱਲੋ, ਸੰਗਤ ਉਡੀਕ ਰਹੀ ਹੈ ਤੁਹਾਡੇ ਦਰਸ਼ਨਾਂ ਨੂੰ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਦੀ ਭਾਵਨਾ ਦੀ ਤਰਜਮਾਨੀ ਕਰਦਿਆਂ ਹੋਇਆਂ
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੋਂਦਵਾਲ ਆਉਣ ਵਾਸਤੇ ਪ੍ਰੇਰਿਆ, ਇਉਂ ਬੇਨਤੀ ਕੀਤੀ ਜਾ ਰਹੀ। ਗਲ ਪੱਲਾ ਪਾ ਕੇ ਤੇ ਬਾਬਾ ਜੀ ਨੇ ਬਚਨ ਸੁਣਾਇਆ, ਮੈਂ ਕੋਈ ਕਰੀ ਅਵਗਿਆ ਨਹੀਂ, ਜੁੰਮੇ ਲੱਗਿਆ ਫਰਜ਼ ਨਿਭਾਇਆ। ਬਨ ਟੁੱਟ ਗਏ ਸਬਰਾਂ ਦੇ, ਜਾਂਦੇ ਹੋਰ ਨਾ ਕਸ਼ਟ ਸਹਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਲਾਰੇ। ਗਲ ਪੱਲਾ ਪਾ ਕੇ ਤੇ ਬਾਬਾ ਜੀ ਨੇ ਬਚਨ ਸੁਣਾਇਆ, ਮੈਂ ਕੋਈ ਕਰੀ ਅਵਗਿਆ ਨਹੀਂ, ਜੁੰਮੇ ਲੱਗਿਆ ਫਰਜ਼ ਨਿਭਾਇਆ। ਬਨ ਟੁੱਟ ਗਏ ਸਬਰਾਂ ਦੇ, ਜਾਂਦੇ ਹੋਰ ਨਾ ਕਸ਼ਟ ਸਹਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਲਾਰੇ। ਇਸ ਦਿਨ ਦੇ ਆ ਗਏ ਹੋ, ਦਿਲ ਨੂੰ ਚੈਨ ਰਤਾ ਨਹੀਂ ਆਉਂਦਾ, ਜਿੰਦ ਵਿੱਚ ਸਲੀਪਾਂ ਦੇ ਖਾਣਾ ਪੀਣਾ ਮੂਲ ਨਹੀਂ ਪਾਉਂਦਾ। ਕੁਝ ਚੰਗਾ ਲੱਗਦਾ ਨਹੀਂ, ਖਾਲੀ ਜਾਪਣ ਪਰੇ ਭੰਡਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਦਾਰੇ। ਇਸ ਦਿਨ ਦੇ ਆ ਗਏ ਹੋ, ਖੁਸ਼ੀਆਂ ਸਭ ਦੇ ਮੁਖ ਤੋਂ ਉੱਡੀਆਂ, ਬਾਜੋਂ ਗੁਰਪੂਰੇ ਦੇ ਸੰਗਤਾਂ ਗਮ ਦੇ ਆਲਮ ਡੁੱਬੀਆਂ। ਬਿਨ ਕਾਮਲ ਮੁਰਸ਼ਦ ਦੇ, ਬੇੜੀ ਲੱਗਦੀ ਨਹੀਂ ਕਿਨਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਦਾਰੇ। ਉਹਦੀਆਂ ਪੀੜਾਂ ਨੂੰ ਤੁਸਾਂ ਦੇ ਬਾਜ ਹੋਰ ਕੀ ਜਾਣੇ, ਬਿਰਹੋਂ ਦੀਆਂ ਪੀੜਾਂ ਨੂੰ ਤੁਸਾਂ ਦੇ ਬਾਜ ਹੋਰ ਕੀ ਜਾਣੇ। ਲਾ ਚਰਨੀ ਦਰਸ਼ ਦਿਓ, ਆ ਗਏ ਆਜ ਜੇ ਅਸੀਂ ਨਿਮਾਣੇ। ਤੁਸੀਂ ਮਾਣ ਨਮਾਣਿਆਂ ਦੇ, ਸਾਰੇ ਜਗ ਨੂੰ ਤਾਰਨ ਹਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਦਾਰੇ। ਜਗ ਦਿਸੇ ਹਨੇਰ ਪਿਆ, ਸਾਨੂੰ ਰਾਖੇੜਾ ਨਹੀਂ ਸੁਝਦਾ, ਜਗ ਦਾ ਜੋ ਦਰਸ਼ਨ ਨਾ ਜਾਂਦਾ, ਰੂਹ ਦਾ ਦੀਪਕ ਬੁਝਦਾ। ਲੋ ਮਨ ਅਰਜ਼ੋਈਆਂ ਨੂੰ ਤਰਲੇ ਕਰਦੇ ਸਿੱਖ ਵਿਚਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਦਾਰੇ। ਫੂਲਵਾਲ ਦੀ ਧਰਤੀ ਚੋਂ ਅੱਜ ਵੀ ਮਹਿਕ ਤੁਸਾਂ ਦੀ ਆਉਂਦੀ, ਦਿਲ ਧਰਦਾ ਤੀਰ ਨਹੀਂ, ਸੰਗਤ ਗੀਤ ਗਮਾਉਂਦੇ ਗਾਉਂਦੀ। ਬਿਨ ਥੋੜੀ ਬਖਸ਼ਿਸ਼ ਦੇ, ਸੁੰਝੇ ਲੱਗਦੇ ਮਹਿਲ ਮਨਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਦਾਰੇ, ਕਰੋ ਕਿਰਪਾ ਸਤਿਗੁਰ ਦੀ, ਬਖਸ਼ੋ ਸੰਗਤਾਂ ਤਾਈ ਦਿਦਾਰੇ। ਇਸ ਤਰ੍ਹਾਂ ਵੀ ਬਾਬਾ ਜੀ ਨੇ ਉਹ ਜਿਹੜਾ ਵਿਛੋੜਾ ਪਿਆ ਸੀ, ਉਹ ਮਲਾਪ ਵਿੱਚ ਬਦਲ ਦਿੱਤਾ। ਆਓ ਜਾਂਦੇ ਜਾਂਦੇ ਇੱਕ ਕਵਿਤਾ ਜਿਹੜੀ ਤੁਸੀਂ ਨੈਟ ਤੇ ਵੈਸੇ ਵੀ ਸੁਣਦੇ ਹੀ ਹੋ, ਸਾਡੇ ਚੈਨਲ ਤੇ ਜਾ ਕੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਚਾਣਕੀਆ ਕਹਿੰਦਾ ਹੈ ਵੀ ਜੇ ਦੇਸ਼ ਦੀ ਵਾਗਡੋਰ ਕਿਸੇ ਮੂਰਖ ਰਾਜੇ ਦੇ ਹੱਥ ਆ ਜੇ ਤੇ ਉਹ ਦੇਸ਼ ਕਈ ਸਦੀਆਂ ਪਿੱਛੇ ਚਲਾ ਜਾਂਦਾ। ਮੋਦੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਪਿਛੋਕੜ ਤੁਸੀਂ ਜਾਣਦੇ ਹੋ, ਬਹੁਤਾ ਕਹਿਣ ਦੀ ਲੋੜ ਨਹੀਂ। ਪਰ ਕਿਸਾਨੀ ਮਸਲੇ ਤੇ ਜਿੰਨੀ ਢੀਠਤਾਈ, ਜਿੰਨੀ ਬੇਦਰਦੀ, ਜਿੰਨੀ ਲਾਪਰਵਾਹੀ ਮੋਦੀ ਨੇ ਵਿਖਾਈ ਹੈ, ਦੁਨੀਆ ਦੇ ਕਿਸੇ ਬਾਦਸ਼ਾਹ ਨੇ ਇਸ ਤਰ੍ਹਾਂ ਨਹੀਂ ਕੀਤਾ। ਦੇਸ਼ ਦਾ ਕਿਸਾਨ, ਦੇਸ਼ ਦਾ ਕਿਰਤੀ, ਦੇਸ਼ ਦਾ ਮਜ਼ਦੂਰ, ਦੇਸ਼ ਦਾ ਰਿਜ਼ਕ ਦਾਤਾ ਇਹੋ ਜਿਹੀਆਂ ਠੰਡਾਂ ਵਿੱਚ ਰੁਲ ਰਿਹਾ ਹੈ, ਪਰ ਉਹਨੂੰ ਪਰਵਾਹ ਕੋਈ ਨਹੀਂ, ਉਹ ਸਬਰ ਪਰਖ ਰਿਹਾ ਹੈ। ਯਾਦ ਰੱਖੋ, ਜਦੋਂ ਕੋਈ ਰਾਜਾ ਰਈਅਤ ਦਾ ਸਬਰ ਪਰਖਣ ਲੱਗ ਪਏ, ਉਹਦਾ ਤਖਤ ਪਲਟ ਜਾਂਦਾ ਹੁੰਦਾ ਤੇ ਰਈਅਤ ਜਿੱਤ ਜਾਂਦੀ ਹੁੰਦੀ। ਔਰ ਸਾਡੇ ਦੇਸ਼ ਦਾ ਮੀਡੀਆ ਬੇਈਮਾਨ ਹੈ ਤੇ ਭ੍ਰਿਸ਼ਟਾਚਾਰੀ ਹੈ। ਉਹ ਸੱਤਾਧਾਰੀ ਧਿਰ ਦੀ ਗੱਲ ਕਰ ਰਿਹਾ ਹੈ, ਜੋ ਰੁਲ ਰਹੇ ਨੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਜੋ ਕਿਸਾਨ ਨੇ, ਕਿਰਤੀ ਨੇ, ਉਹਨਾਂ ਨੂੰ ਗਲਤ ਦਿਸ਼ਾ ਵਿੱਚ ਵਿਖਾ ਰਿਹਾ ਹੈ, ਮੋਦੀ ਨੂੰ ਸਹੀ ਦਿਸ਼ਾ 'ਚ ਵਿਖਾ ਰਿਹਾ। ਇਹ ਵੀ ਇੱਕ ਬਹੁਤ ਵੱਡੀ ਮੰਦਭਾਗੀ ਗੱਲ ਹੁੰਦੀ ਦੇਸ਼ ਦੇ ਮੀਡੀਆ ਦਾ ਤਗੜੇ ਲੋਕਾਂ ਦੇ ਹੱਥਾਂ ਵਿੱਚ ਵਿਕ ਜਾਣਾ। ਉਹਦਾ ਕਾਰਨ ਅੰਬਾਨੀ ਇੰਨਾ ਅਮੀਰ ਹੈ
ਉਹ ਸਾਡੇ ਦੇਸ਼ ਦੀ ਗੱਲ ਛੱਡੋ, ਇਦਾਂ ਦੀਆਂ 25 ਸਰਕਾਰਾਂ ਬਣਾ ਕੇ ਢਾ ਸਕਦਾ। ਔਰ ਇੰਨੇ ਵੱਡੇ ਉਹਦੇ ਹੱਥ ਨੇ, ਉਹਦੇ ਹੀ ਬਣਾਏ ਹੋਏ ਬਿੱਲ ਨੇ ਜਿਹੜੇ ਇਹਨਾਂ ਪਾਸ ਕੀਤੇ ਨੇ। ਇਹ ਸਾਰਾ ਕੁਝ ਤੁਸੀਂ ਜਾਣਦੇ ਹੋ। ਔਰ ਮੀਡੀਆ ਮੋਦੀ ਦੇ ਔਗਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਦਾ ਹੈ। ਪਿੱਛੇ ਜੇ ਦੇਖਿਆ ਤੁਸੀਂ, ਉਹ ਇੱਕ ਚੰਦਰਯਾਨ 2 ਨਾਂ ਦਾ ਉੱਪਰ ਨੂੰ ਚੜਾਉਣਾ ਸੀ ਉਪਗ੍ਰਹਿ ਜਿਹਾ, 950 ਕਰੋੜ ਰੁਪਈਆ ਉੱਤੇ ਲਾਤਾ, ਤੇ ਉੱਤੇ ਜਾ ਕੇ ਉਹ ਚਰਖਾ ਜਿਹਾ ਰਾਹ ਭੁੱਲ ਗਿਆ, ਉਹਦੇ ਵਿੱਚੋਂ ਨਿਕਲਿਆ ਕੱਖ ਵੀ ਨਹੀਂ। ਤੇ ਮੀਡੀਆ ਸਾਡੇ ਦੇਸ਼ ਦਾ ਕਹੇ ਵੀ ਅਬ ਚਾਂਦ ਵੀ ਮੋਦੀ ਕੀ ਮੁੱਠੀ में ਆ ਗਿਆ, ਯਾਨੀ ਚੀਜ਼ ਉਹ ਵਿਗਿਆਨੀਆਂ ਨੇ ਬਣਾਈ ਹੈ, ਉਹਨੇ ਪਹੁੰਚਣਾ ਸੀ ਚੰਦ ਤੇ, ਉੱਤੇ ਜਾ ਕੇ ਭੁਲੇਖਾ ਖਾ ਗਿਆ, ਉਹ ਮੁੜ ਕੇ ਉਹ ਬਣੀ ਨਹੀਂ ਗੱਲ। ਪਰ ਮੀਡੀਆ ਆਖੀ ਜਾਏ ਵੀ ਇਹ ਵੀ ਮੋਦੀ ਦੀ ਪ੍ਰਾਪਤੀ ਹੈ। ਇਥੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦਾ ਮੀਡੀਆ ਕਿਸ ਕਦਰ ਨੀਵੀਆਂ ਸਤਲਾਂ ਨੂੰ ਛੋਹ ਰਿਹਾ। ਅਸੀਂ ਹੁੰਦੇ ਆ ਕਵੀਸ਼ਰ, ਹੋਰ ਤੇ ਭਰਾਓ ਕੁਝ ਨਹੀਂ ਕਰ ਸਕਦੇ। ਰੱਬ ਨੇ ਸਾਨੂੰ ਕਲਮ ਦਿੱਤੀ ਹੁੰਦੀ ਹੈ ਤੇ ਲਿਖ ਕੇ ਤੁਹਾਡੀ ਨਾਲ ਕਵਿਤਾ ਸਾਂਝੀ ਕਰ ਲਈਦੀ ਹੈ। ਭਾਈ ਭੁਪਿੰਦਰ ਸਿੰਘ ਦਰਗਾਪੁਰ ਜੀ ਦੀ ਲਿਖੀ ਕਵਿਤਾ ਬੜੀ ਮਕਬੂਲ ਹੋਈ, ਜਦੋਂ ਮਿਲਦਾ ਨਹੀਂ ਇਨਸਾਫ ਉਦੋਂ ਅੱਤਵਾਦੀ ਬਣਦੇ ਨੇ। ਔਰ ਛੋਟਾ ਵੀਰ ਮੁਲਕਦੀਪ ਸਿੰਘ, ਇਹ ਕਵੀਸ਼ਰੀ ਦੀ ਦੁਨੀਆ ਵਿੱਚ ਨਵੀਂ ਆਵਾਜ਼ ਹੈ ਔਰ ਇਹਦਾ ਸਵਾਗਤ ਹੈ, ਕਿਉਂਕਿ ਹੁਣ ਮੁੰਡੇ ਢਾਡੀਆਂ ਕਵੀਸ਼ਰਾਂ ਵੱਲ ਆਉਂਦੇ ਨਹੀਂ। ਨਵੇਂ ਮੁੰਡੇ ਵੇਖ ਲੈਂਦੇ ਆ ਵੀ ਪਿੰਡਾਂ ਵਿੱਚ ਕਬਰ ਤੇ ਲੱਗਣਾ ਹੋਵੇ ਮੇਲਾ ਤੇ ਸਾਰਾ ਪਿੰਡ ਸਾਦਾ ਗਾਉਣ ਵਾਲੀ ਤੇ ਰੁਪਈਆ ਦਿੰਦਾ 6 ਲੱਖ। ਢਾਡੀਆਂ ਕਵੀਸ਼ਰਾਂ ਨੂੰ ਸੱਦਣਾ ਹੋਵੇ ਤੇ 5000 ਦੇਣ ਲੱਗੇ ਵੀ ਸਾਰਾ ਪਿੰਡ ਸਲਾਮਾਂ ਕਰਦਾ। ਇਸ ਕਰਕੇ ਨਵੇਂ ਮੁੰਡੇ ਇਸ ਲਾਈਨ ਵੱਲ ਆ ਨਹੀਂ ਰਹੇ। ਜੇ ਕੋਈ ਆਉਂਦਾ ਤੇ ਆ ਕਰੋਨਾ ਕਰਕੇ ਵੈਸੇ ਪਿੱਛੇ ਹਟ ਗਏ। ਇਹ ਕੁਝ ਨਵੇਂ ਮੁੰਡੇ ਐ ਜਿਹੜੇ ਯਤਨ ਕਰਕੇ ਇਹ ਪੀੜ੍ਹੀ ਦਰ ਪੀੜ੍ਹੀ ਪਰੰਪਰਾ ਨੂੰ ਅੱਗੇ ਤੋਰਨ ਦਾ ਯਤਨ ਕਰਨਗੇ ਔਰ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਵਾਰਾਂ ਤੁਹਾਨੂੰ ਗਾ ਕੇ ਸੁਣਾ ਕੇ ਨਿਹਾਲ ਕਰਨਗੇ। ਆਹ ਬੜੀਆਂ ਪਿਆਰੀਆਂ ਲੈਣਾ। 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਸਿਰਾਂ ਤੜਾਂ ਦੀ ਲੱਗ ਗਈ ਬਾਜੀ, ਕਹਿਣ ਸੰਦੇਸ਼ੇ ਖਬਰਾਂ ਦੇ, ਜਬਰ ਜ਼ੁਲਮ ਦੇ ਸਾਵੇਂ ਡਟ ਗਏ ਆਸ਼ਿਕ ਖਾਂ ਸਬਰਾਂ ਦੇ। ਓਏ ਉਹ ਜਾਪੇ ਦਿਓ ਅੰਨਦਾਤੇ ਦਾ ਖਿਆਲ ਭਲਾਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਸਿਰਾਂ ਤੜਾਂ ਦੀ ਲੱਗ ਗਈ ਬਾਜੀ, ਕਹਿਣ ਸੰਦੇਸ਼ੇ ਖਬਰਾਂ ਦੇ, ਜਬਰ ਜ਼ੁਲਮ ਦੇ ਸਾਵੇਂ ਡਟ ਗਏ ਆਸ਼ਿਕ ਸਿਦਕਾਂ ਸਬਰਾਂ ਦੇ। ਓਏ ਉਹ ਜਾਪੇ ਦਿਓ ਅੰਨਦਾਤੇ ਦਾ ਖਿਆਲ ਭਲਾਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਟੁਕੜਾ ਪੈਂਡਾ ਲੰਮੀਆਂ ਵਾਟਾਂ, ਮੌਤ ਦੀ ਹਿੱਕ ਤੇ ਡੇਰਾ ਏ, ਗਰਮੀ ਸਰਦੀ ਲੰਘ ਗਈ ਸਿਰ ਤੋਂ, ਚੱਲਿਆ ਕਸ਼ਟ ਬਥੇਰਾ ਏ। ਓਏ ਅਦਲ ਨਿਆਂ ਤੇ ਲੋਕ ਰਾਜ ਦਾ ਗਲਾ ਦਬਾਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਹੱਸ ਕੇ ਸ੍ਰੀ ਹੰਡਾਈਆਂ ਮਰਦਾਂ ਕੋਰ ਕਾਲੀਆਂ ਰਾਤਾਂ ਨੇ, ਹੱਸ ਕੇ ਸ੍ਰੀ ਹੰਡਾਈਆਂ ਮਰਦਾਂ ਕੋਲ ਕਾਲੀਆਂ ਰਾਤਾਂ ਨੇ, ਕਹਿਰ ਦੇ ਕਾਲੇ ਮੇਘ ਬਰੌਂਦੀਆਂ ਲੰਘੀਆਂ ਕਈ ਬਰਸਾਤਾਂ ਨੇ। ਓ ਬੇਈਮਾਨੀ ਦੀ ਬਾਤ ਕਰਦਿਆਂ ਵਕਤ ਲੰਘਾਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਸ਼ਾਹ ਸਿਕੰਦਰ ਬਣਨਾ ਚਾਹੁੰਦਾ ਰਲ ਕੇ ਨਾਲ ਅਬਾਨੀ ਦੇ, ਪੂੰਜੀਪਤੀਆਂ ਦੀ ਧਿਰ ਬਣ ਕੇ ਬੈਰ ਪਿਆ ਕਿਰਸਾਨੀ ਦੇ। ਓ ਵਸਦੇ ਖੇਤ ਉਜਾੜਨ ਦੇ ਲਈ ਕਹਿਰ ਲਿਆਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਮਹਾਮਾਰੀ ਨੂੰ ਰੋਕ ਨਹੀਂ ਸਕਿਆ, ਘਰ ਘਰ ਵਿਛੀਆਂ ਲਾਸ਼ਾਂ ਨੇ, ਹਾਹਾਕਾਰ ਚੁਬੇਰੇ ਮੱਚੀ ਮੁੱਕ ਚੱਲੀਆਂ ਸਭ ਆਸਾਂ ਨੇ। ਓ ਵਰਲਡ ਗੁਰੂ ਸੀ ਭਾਰਤ ਸਾਡਾ ਖਾਤਰ ਲਾਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। ਜੁਮਲੇ ਬਾਜ ਤੇ ਮਾਰ ਗੱਪਾਂ ਦਾ ਚੰਦ ਤੇ ਝੰਡੇ ਗੱਡੀ ਗਿਆ, ਜੁਮਲੇ ਬਾਜ ਤੇ ਮਾਰ ਗੱਪਾਂ ਦਾ ਚੰਦ ਤੇ ਝੰਡੇ ਗੱਡੀ ਗਿਆ, ਖੁਦ ਦੀ ਖੁਦ ਮਸ਼ਹੂਰੀ ਕਰਦਾ ਝੂਠ ਗੁਬਾਰੇ ਛੱਡੀ ਗਿਆ। ਓ ਕਹੇ ਮੀਡੀਆ ਬਿਨ ਪਾਇਲਟ ਤੋਂ ਜਹਾਜ਼ ਉਡਾਤਾ ਮੋਦੀ ਨੇ, 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ। हमको चौकीदार वतन का कह के गल समेटी गया, अंदर खाते शौकारा नू देश दा सब कुछ बेची गया। ਹੋਰ ਤਾਂ ਛੱਡੋ ਲਾਲ ਕਿਲਾ ਵੀ ਗਹਿਣੇ ਪਾਤਾ
ਮੋਦੀ ਨੇ 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲੁਟਾਤਾ ਮੋਦੀ ਨੇ ਜਿੱਧਰ ਵੇਖੋ ਕਤਲੋ ਗਾਰਦ ਜਿੱਧਰੋਂ ਵੇਖੋ ਜ਼ੋਰ ਬਜ਼ਾਰੀ ਕਤਲੋ ਗਾਰਦ ਹੋ ਰਹੀ ਏ ਗਲੀ ਮਹੱਲੇ ਰਾਵਣ ਫਿਰਦੇ ਦੇਸ਼ ਦੀ ਸੀਤਾ ਰੋ ਰਹੀ ਏ ਧਰਮ ਮਜ਼ਹਬ ਦੇ ਨਾਂ ਤੇ ਸਭ ਦਾ ਵੈਰ ਪਵਾਤਾ ਮੋਦੀ ਨੇ 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ ਕੀ ਕਰਨਾ ਉਸ ਰਾਜੇ ਤਾਈ ਜੋ ਕਰਦਾ ਇਨਸਾਫ ਨਹੀਂ ਕਿਰਤ ਕਣਾ ਦੇ ਟੋਲੇ ਤਾਈ ਰੱਬ ਵੀ ਕਰਦਾ ਮਾਫ ਨਹੀਂ ਓ ਕੁਰਸੀ ਬਦਲੇ ਧਰਮ ਦਿਆਂ ਨੂੰ ਦਾਤੇ ਲਾਤਾ ਮੋਦੀ ਨੇ 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ ਹੱਕ ਲੈਣ ਲਈ ਕਿਰਤੀ ਜੋ ਦੇ ਰੋਜ਼ ਰੋਜ਼ ਤਾਂ ਜੁੜਦੇ ਨਹੀਂ ਹੱਕ ਲੈਣ ਲਈ ਕਿਰਤੀ ਜੋ ਦੇ ਰੋਜ਼ ਰੋਜ਼ ਤਾਂ ਜੁੜਦੇ ਨਹੀਂ ਜਾਂ ਜਿੱਤਣਾ ਜਾਂ ਮਰਨਾ ਦਿੱਲੀਏ ਪਰਤ ਪਛਾਂ ਨੂੰ ਮੁੜਦੇ ਨਹੀਂ ਓ ਭਾਗੋ ਵਾਲੀਆ ਭੁੱਲ ਨਹੀਂ ਸਕਦਾ ਜੋ ਸਿਤਮ ਕਮਾਤਾ ਮੋਦੀ ਨੇ 4 ਦਿਨਾਂ ਦੀ ਚੌਧਰ ਬਦਲੇ ਦੇਸ਼ ਲਟਾਤਾ ਮੋਦੀ ਨੇ ਭਾਈ ਦਿਲਬਾਗ ਸਿੰਘ ਜੀ ਪੰਘਾਲੀ, ਭਾਈ ਮਨਦੀਪ ਸਿੰਘ ਜੀ ਅਬਦਾਲ, ਭਾਈ ਗੁਰਮੁਖ ਸਿੰਘ ਜੀ ਤਿੰਨੇ ਪ੍ਰਚਾਰਕ ਸ਼੍ਰੋਮਣੀ ਕਮੇਟੀ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ। ਗਿਆਨੀ ਬਲਵੰਤ ਸਿੰਘ ਜੀ ਪ੍ਰਚਾਰਕ ਕਵੀਸ਼ਰ ਢੱਡੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਦਾ। ਆਓ ਅਗਲਾ ਪ੍ਰੋਗਰਾਮ ਵੀਰ ਜੀ ਤੋਂ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।